Welcome back. I am Devinder Singh, SST Master at Government High School ਕੋਟ ਮਹਿਤਾਬ। ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪਿਆਰੇ ਵਿਦਿਆਰਥੀਓ, ਜੋ ਅਸੀਂ MCQs ਕਰ ਰਹੇ ਸੀ ਉਸ ਦਾ ਇਹ ਸੈਕੰਡ ਭਾਗ ਹੈ। ਪਿਛਲੀ ਵੀਡੀਓ ਵਿੱਚ ਅਸੀਂ ਫਸਟ 15 MCQs ਆ ਜਿਹੜੇ ਉਹਨਾਂ ਨੂੰ ਐਕਸਪਲੇਨ ਕਰਿਆ ਸੀ, ਡਿਸਕਸ ਕਰਿਆ ਸੀ ਚੰਗੀ ਤਰ੍ਹਾਂ। ਉਸ ਤੋਂ ਅਗਲੇ ਜਿਹੜੇ MCQs ਨੇ ਅਸੀਂ ਉਸ ਨੂੰ ਹੁਣ ਸ਼ੁਰੂ ਕਰਦੇ ਹਾਂ। ਚਲੋ ਆਓ ਦੇਖਦੇ ਹਾਂ ਇਹ ਅੱਜ ਦੀ ਇੰਟਰਸਟਿੰਗ ਵੀਡੀਓ। ਪ੍ਰਸ਼ਨ ਨੰਬਰ 16 ਭਾਰਤ ਦਾ ਖੇਤਰਫਲ ਪੱਖੋਂ ਸਭ ਤੋਂ ਵੱਡਾ ਰਾਜ ਡੈਸ਼ ਅਤੇ ਸਭ ਤੋਂ ਛੋਟਾ ਰਾਜ ਗੋਆ ਹੈ। ਤਾਂ ਇਹ ਵੀ ਅਸੀਂ ਫਸਟ ਵੀਡੀਓ ਦੇ ਵਿੱਚ ਡਿਸਕਸ ਕਰਿਆ ਸੀ ਕਿ ਔਨ ਦਾ ਬੇਸਿਸ ਆਫ ਏਰੀਆ, ਜਦੋਂ ਅਸੀਂ ਪਾਪੂਲੇਸ਼ਨ ਵਾਲਾ ਗੱਲ ਕਰੀ ਸੀ ਕਿ ਸਭ ਤੋਂ ਵੱਡਾ ਪਾਪੂਲੇਸ਼ਨ ਸਭ ਤੋਂ ਜ਼ਿਆਦਾ ਕਿਹੜੀ ਸਟੇਟ ਦੇ ਵਿੱਚ ਆ, ਉੱਤਰ ਪ੍ਰਦੇਸ਼ ਦੇ ਵਿੱਚ, ਅਤੇ ਸਭ ਤੋਂ ਘੱਟ ਪਾਪੂਲੇਸ਼ਨ ਸਿੱਕਮ ਦੇ ਵਿੱਚ ਆ। ਤਾਂ ਉਦੋਂ ਅਸੀਂ ਇਹ ਕੁਐਸਚਨ ਜਿਹੜਾ ਡਿਸਕਸ ਕਰਿਆ ਸੀ। ਸਭ ਤੋਂ ਵੱਡਾ ਰਾਜ ਅਕੋਰਡਿੰਗ ਟੂ ਏਰੀਆ ਕਿਹੜਾ? ਆਪਸ਼ਨ ਸੀ ਰਾਜਸਥਾਨ। ਰਾਜਸਥਾਨ ਜਿਹੜਾ ਸਭ ਤੋਂ ਵੱਡਾ ਇੰਡੀਆ ਦੇ ਜਿਹੜੀ ਸਟੇਟ ਹੈਗੀ ਹੈ, ਰਾਜ ਹੈਗੀ ਆ, ਅਤੇ ਸਭ ਤੋਂ ਛੋਟਾ ਰਾਜ ਹੈਗਾ ਗੋਆ। 17 ਅੰਦਰੂਨੀ ਜਲ ਤੰਤਰ ਦੀ ਲੂਨੀ ਨਦੀ ਭਾਰਤ ਦੇ ਡੈਸ਼ ਰਾਜ ਦੇ ਪੁਸ਼ਕਰ ਵਿੱਚੋਂ ਨਿਕਲਦੀ ਹੈ। ਇੰਟਰਨਲ ਡਰੇਨੇਜ ਰਿਵਰ ਲੂਨੀ ਫਲੋਜ਼ ਫਰੋਮ ਪੁਸ਼ਕਰ ਆਫ ਡੈਸ਼ ਸਟੇਟ ਆਫ ਇੰਡੀਆ। ਦੇਖੋ ਇੱਥੇ ਲਿਖਿਆ ਹੋਇਆ ਅੰਦਰੂਨੀ ਜਲ ਤੰਤਰ, ਹੈ ਨਾ, ਜਿਹੜੇ ਡਰੇਨੇਜ ਸਿਸਟਮ ਆ ਜਿਹੜਾ ਕੀ ਆ ਸਟੇਟ ਦੇ ਇਨਰੇ ਜਿਹੜਾ ਵਹਿੰਦਾ। ਅਸੀਂ ਉਸ ਦੀ ਗੱਲ ਕਰਦੇ ਹਾਂ ਕਿ ਲੂਨੀ ਰਿਵਰ ਆ ਜਿਹੜੀ ਕੀ ਆ ਇੱਕ ਲੇਕ ਆ ਪੁਸ਼ਕਰ, ਉਹ ਕਿਹੜੀ ਸਟੇਟ ਦੇ ਵਿੱਚ ਆ, ਅਸੀਂ ਉਹਦੇ ਬਾਰੇ ਦੱਸਣਾ ਕਿ ਇਹ ਕਿੱਥੋਂ ਵਹਿ ਕੇ ਵਹਿੰਦੀ ਹੈ। ਇਸ ਦਾ ਸਹੀ ਆਨਸਰ ਹੈ ਆਪਸ਼ਨ ਸੀ ਰਾਜਸਥਾਨ। ਰਾਜਸਥਾਨ ਦੇ ਵਿੱਚ ਜਿਹੜੀ ਬਹੁਤ ਹੀ ਫੇਮਸ ਆ ਜਿਹੜੀ ਖਾਰੀ ਨਦੀ ਹੈ ਲੂਨੀ, ਉਹ ਵਹਿੰਦੀ ਹੈ, ਅਤੇ ਉੱਥੇ ਜਿਹੜੀ ਹੈਗੀ ਆ ਪੁਸ਼ਕਰ ਲੇਕ, ਉਹਦੇ ਵਿੱਚੋਂ ਇਹ ਆ ਜਿਹੜੀ ਨਿਕਲਦੀ ਹੈ। ਅਤੇ ਇਸ ਦਾ ਸਹੀ ਆਨਸਰ ਆਪਸ਼ਨ ਸੀ ਰਾਜਸਥਾਨ ਹੈ। 18 ਹੇਠ ਲਿਖਿਆਂ ਵਿੱਚੋਂ ਕਿਹੜੀ ਨਦੀ ਪੱਛਮ ਵੱਲ ਵਹਿੰਦੀ ਹੈ। ਹੁਣ ਅਸੀਂ ਦੱਸਣਾ ਕਿ ਇਹਨਾਂ ਵਿੱਚੋਂ ਕਿਹੜੀ ਨਦੀ ਹੈ ਜਿਹੜੀ ਇਸ ਤਰ੍ਹਾਂ ਸਾਨੂੰ ਪਤਾ ਕਿ ਨਾਰਥ, ਸਾਊਥ, ਈਸਟ, ਵੈਸਟ ਵੱਲ ਜਿਹੜੀ ਇਹ ਕਿਹੜੀ ਨਦੀ ਹੈ ਜਿਹਦਾ ਫਲੋ ਆ ਵੈਸਟ ਵੱਲ। ਤਾਂ ਸਾਨੂੰ ਪਤਾ ਹੈ ਕਿ ਤਾਪਤੀ ਜਿਹੜੀ ਨਦੀ ਹੈ ਇਹ ਵੀ ਕਾਫੀ ਜ਼ਿਆਦਾ ਫੇਮਸ ਹੈ। ਕ੍ਰਿਸ਼ਨਾ ਹੈ, ਕਾਵੇਰੀ ਹੈ, ਗੋਦਾਵਰੀ ਹੈ, ਪਰ ਜਿਹੜੀ ਹੁਣ ਕ੍ਰਿਸ਼ਨਾ ਹੈ, ਕਾਵੇਰੀ ਹੈ, ਗੋਦਾਵਰੀ ਹੈ, ਇਹ ਤਿੰਨੇ ਨਦੀਆਂ ਕੀ ਨੇ? ਅਰਬ ਸਾਗਰ ਦੇ ਵਿੱਚ ਡਿੱਗਦੀਆਂ ਨੇ ਜਾ ਕੇ। ਇਹਨਾਂ ਦਾ ਫਲੋ ਹੈ ਈਸਟ ਵੱਲ। ਅਤੇ ਜਿਹੜੀ ਤਾਪਤੀ ਹੈ ਇਹ ਨਦੀ ਵਹਿੰਦੀ ਹੈ, ਡਿੱਗਦੀ ਹੈ ਜਾ ਕੇ ਅਰੇਬੀਅਨ ਸੀ ਦੇ ਵਿੱਚ, ਅਤੇ ਇਹਦਾ ਫਲੋ ਹੈ ਵੈਸਟ ਵੱਲ। ਇਸ ਲਈ ਇਸ ਦਾ ਸਹੀ ਆਨਸਰ ਹੈ ਆਪਸ਼ਨ ਏ ਤਾਪੀ। 19 ਨੰਬਰ ਪ੍ਰਸ਼ਨ ਦੀ ਗੱਲ ਕਰਦੇ ਹਾਂ। ਡੈਸ਼ ਵਿੱਚ ਸਥਿਤ ਮਾਜੂਲੀ ਦੀਪ ਦੁਨੀਆ ਦਾ ਸਭ ਤੋਂ ਵੱਡਾ ਨਦੀ ਵਿਚਲਾ ਦੀਪ ਹੈ। ਤਾਂ ਇੱਥੇ ਇੰਟਰਸਟਿੰਗ ਗੱਲ ਆ ਕਿ ਅਸੀਂ ਗੱਲ ਕਰਦੇ ਹਾਂ ਕਿ ਆਈਲੈਂਡ ਕੀ ਹੁੰਦਾ। ਆਈਲੈਂਡ ਕੀ ਹੁੰਦਾ? ਇੱਕ ਹਿੱਸਾ ਹੁੰਦਾ ਜਿਸ ਦੇ ਆਲੇ ਦੁਆਲੇ ਕੀ ਹੁੰਦਾ? ਪਾਣੀ ਹੀ ਪਾਣੀ ਹੁੰਦਾ। ਹੁਣ ਇਸੇ ਤਰ੍ਹਾਂ ਦਾ ਇੱਕ ਜਿਹੜਾ ਆਈਲੈਂਡ ਆ ਸਾਨੂੰ ਇੱਕ ਰਿਵਰ ਦੇ ਵਿੱਚ ਦੇਖਣ ਨੂੰ ਮਿਲਦਾ, ਜਿੱਥੇ ਕੀ ਆ ਰਿਵਰ ਦੇ ਵਿੱਚ ਇੱਕ ਉੱਚੀ ਜਗ੍ਹਾ, ਰਿਵਰ ਦੇ ਪਾਣੀ ਤੋਂ ਉੱਪਰਲੀ ਜਗ੍ਹਾ ਉੱਚੀ ਥੋੜ੍ਹੀ ਜਿਹੀ। ਅਤੇ ਇਸ ਤਰ੍ਹਾਂ ਦੀ ਜਿਹੜੀ ਇਹ ਚੀਜ਼ ਸਾਨੂੰ ਦੁਨੀਆ ਦੇ ਵਿੱਚ ਨਾ ਇੰਡੀਆ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਕਿ ਰਿਵਰ ਦੇ ਵਿੱਚ ਇੱਕ ਆਈਲੈਂਡ ਬਣਿਆ ਹੋਇਆ ਜਿਹੜਾ ਕਿ ਰਿਵਰ ਦੇ ਪਾਣੀ ਦੇ ਵਿੱਚ ਘਿਰਿਆ ਹੋਇਆ ਹੈ। ਤਾਂ ਹੁਣ ਇਹਦਾ ਨਾਮ, ਟਾਪੂ ਦਾ ਨਾਮ ਹੈ, ਆਈਲੈਂਡ ਦਾ ਨਾਮ ਹੈ ਮਾਜੂਲੀ। ਮਾਜੂਲੀ ਜਿਹੜਾ ਆਈਲੈਂਡ ਆ ਇਹ ਕਿਸੇ ਰਵੀ ਨਦੀ ਦੇ ਵਿੱਚ ਆ ਜਿਹੜਾ ਇੰਡੀਆ ਦੀ, ਉੱਥੇ ਹੈ। ਅਸੀਂ ਉਸ ਜਿਹੜਾ ਹੈਗਾ ਸਟੇਟ ਦਾ ਨਾਮ ਦੱਸਣਾ। ਤਾਂ ਇਸ ਦਾ ਸਹੀ ਆਨਸਰ ਹੈ ਆਪਸ਼ਨ ਸੀ ਅਸਾਮ। ਅਸਾਮ ਦੇ ਵਿੱਚ ਜਿਹੜਾ ਇਹ ਆਈਲੈਂਡ ਆ ਸਾਨੂੰ ਦੇਖਣ ਨੂੰ ਮਿਲਦਾ ਹੈ, ਨਦੀ ਵਿਚਲਾ ਜਿਹੜਾ ਇਹ ਦੀਪ ਹੈ ਆਈਲੈਂਡ। ਸਹੀ ਆਨਸਰ ਹੈ ਆਪਸ਼ਨ ਸੀ ਅਸਾਮ। 20 ਘੱਗਰ ਦਰਿਆ ਜੋ ਹੁਣ ਮੌਸਮੀ ਹੈ ਕਦੇ ਡੈਸ਼ ਨਦੀ ਦੀ ਸਹਾਇਕ ਨਦੀ ਹੁੰਦਾ ਸੀ। ਘੱਗਰ ਰਿਵਰ ਵਿਚ ਇਜ਼ ਸੀਜ਼ਨਲ ਨਾਓ ਵਨਸ ਟ੍ਰਿਬਿਊਟਰੀ ਆਫ ਡੈਸ਼ ਰਿਵਰ। ਅਸੀਂ ਦੱਸਣਾ ਸੀ ਕਿ ਅਸੀਂ ਦੇਖਦੇ ਹਾਂ ਕਿ ਘੱਗਰ ਕੀ ਹੈ? ਇੱਕ ਸੀਜ਼ਨਲ ਨਦੀ ਹੈ, ਮੌਸਮੀ ਨਦੀ ਹੈ। ਜਦੋਂ ਮਾਨਸੂਨ ਆਉਂਦਾ ਹੈ ਤਾਂ ਇਹ ਨਦੀ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਪਾਣੀ ਭਰ ਜਾਂਦਾ ਹੈ, ਅਤੇ ਇਹ ਕਾਫੀ ਜ਼ਿਆਦਾ ਕੀ ਆ ਮਾਰ ਕਰਦੀ ਹੈ। ਪੁਰਾਣੇ ਟਾਈਮ ਦੇ ਵਿੱਚ ਇਹ ਕਿਸੇ ਨਦੀ ਦੀ ਸਹਾਇਕ ਨਦੀ ਹੁੰਦਾ ਸੀ,
ਭਾਵ ਉਸ ਦੀ ਟ੍ਰਿਬਿਊਟਰੀ ਹੁੰਦਾ ਸੀ, ਉਸ ਦੀ ਸਹਾਇਕ ਨਦੀ ਹੁੰਦਾ ਸੀ। ਅਸੀਂ ਦੱਸਣਾ ਕਿ ਪੁਰਾਣੇ ਟਾਈਮ ਦੇ ਵਿੱਚ ਕਿਹੜੀ ਨਦੀ ਦੇ ਨਾਲ ਇਹ ਅਟੈਚ ਸੀ। ਇਸ ਦਾ ਸਹੀ ਆਨਸਰ ਹੈ ਆਪਸ਼ਨ ਬੀ, ਸਰਸਵਤੀ। ਜਿਹੜੀ ਸਰਸਵਤੀ ਨਦੀ ਆ ਉਸ ਦੀ ਇਹ ਇੱਕ ਸਹਾਇਕ ਨਦੀ ਹੁੰਦਾ ਸੀ। ਅੱਜ ਕੱਲ੍ਹ ਇਹ ਨਦੀ ਵੀ ਹੈ ਜਿਹੜੀ ਅਲੋਪ ਹੋ ਚੁੱਕੀ ਹੈ, ਉਸ ਦੀ ਇੱਕ ਸਹਾਇਕ ਨਦੀ ਹੁੰਦਾ ਸੀ। 21 ਹਰੀਕੇ ਝੀਲ ਵਿੱਚੋਂ ਰਾਜਸਥਾਨ ਨੂੰ ਪਾਣੀ ਲਿਜਾਂਦੀ ਨਹਿਰ ਦਾ ਨਾਮ ਦੱਸੋ। ਬਹੁਤ ਹੀ ਇੰਪੋਰਟੈਂਟ ਆ ਜਿਹੜਾ ਹਰੀਕੇ ਪੱਤਨ ਝੀਲ ਜਿਹੜੀ ਸਾਡੀ ਬਣੀ ਹੋਈ ਹੈ, ਜਿੱਥੇ ਕੀ ਹੈ ਜਿਹੜਾ ਤੁਹਾਡਾ ਬਿਆਸ ਦਰਿਆ ਅਤੇ ਸਤਲੁਜ ਦਰਿਆ ਆਪਸ ਦੇ ਵਿੱਚ ਮਿਲਦੇ ਨੇ, ਉੱਥੇ ਕੀ ਹੈ ਇੱਕ ਹਰੀਕੇ ਪੱਤਨ ਆ ਜਿਹੜੀ ਇੱਕ ਝੀਲ ਬਣੀ ਹੋਈ ਆ। ਉੱਥੋਂ ਰਾਜਸਥਾਨ ਸਟੇਟ ਨੂੰ ਜਿਹੜਾ ਇੱਕ ਨਹਿਰ ਆ ਜਿਹੜੀ ਪਾਣੀ ਲੈ ਕੇ ਜਾਂਦੀ ਆ, ਅਸੀਂ ਉਸ ਦੇ ਬਾਰੇ ਦੱਸਣਾ। ਇਸ ਦਾ ਸਹੀ ਆਨਸਰ ਹੈ ਆਪਸ਼ਨ ਡੀ, ਇੰਦਰਾ ਗਾਂਧੀ ਕਨਾਲ। ਹੁਣ ਦੇਖੋ ਸਰਹੱਦ ਕਨਾਲ ਵੀ ਹੈ, ਅੱਪਰਵਾਰੀ ਦੁਆਬ ਵੀ ਹੈ, ਜਿਹੜੀ ਯਮੁਨਾ ਨਹਿਰ ਆ ਇਹ ਤਾਂ ਬਹੁਤ ਦੂਰ ਹੈ। ਹੁਣ ਇੰਦਰਾ ਗਾਂਧੀ ਕਨਾਲ ਕੀ ਆ, ਜਿਹੜੇ ਸਾਡੇ ਸਾਬਕਾ PM ਸੀ ਇੰਦਰਾ ਗਾਂਧੀ, ਉਹਨਾਂ ਦੇ ਨਾਮ ਦੇ ਉੱਪਰ ਇਹ ਕਨਾਲ ਆ ਜਿਹੜੀ ਬਣੀ ਹੋਈ ਹੈ। ਅਤੇ ਇਹ ਹਰੀਕੇ ਪੱਤਨ ਜੋ ਪਾਣੀ ਰਾਜਸਥਾਨ ਨੂੰ ਲੈ ਕੇ ਜਾਂਦੀ ਹੈ, ਕਾਫੀ ਜ਼ਿਆਦਾ ਇਹ ਲੰਬੀ ਕਨਾਲ ਹੈ। 22 ਇਹਨਾਂ ਵਿੱਚੋਂ ਕਿਹੜੀ ਝੀਲ ਨਹੀਂ ਹੈ। ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਅ ਲੇਕ। ਹੁਣ ਅਸੀਂ ਦੱਸਣਾ ਕਿ ਪਿਆਰੇ ਵਿਦਿਆਰਥੀਓ ਕਿ ਇਹਨਾਂ ਵਿੱਚੋਂ ਕਿਹੜੀ ਝੀਲ ਨਹੀਂ ਹੈ। ਝੀਲ ਕੀ ਹੁੰਦੀ ਆ, ਪਾਣੀ ਦਾ ਕੁਦਰਤੀ ਸਰੋਤ, ਜਿੱਥੇ ਕਿ ਨੈਚੁਰਲ ਜਿਹੜਾ ਪਾਣੀ ਸਾਨੂੰ ਦੇਖਣ ਨੂੰ ਮਿਲਦਾ ਹੈ। ਪਾਣੀ ਇਕੱਠਾ ਹੋਇਆ ਹੁੰਦਾ ਹੈ ਧਰਤੀ ਦੇ ਕਿਸੇ ਪਾਰਟ ਦੇ ਵਿੱਚ, ਕਾਫੀ ਜ਼ਿਆਦਾ ਮਾਤਰਾ ਦੇ ਵਿੱਚ ਵੀ ਹੋ ਸਕਦਾ ਹੈ। ਅਤੇ ਆਰਟੀਫਿਸ਼ੀਅਲ ਜਿਹੜੀਆਂ ਲੇਕਸ ਨੇ ਉਹ ਵੀ ਸਾਨੂੰ ਦੇਖਣ ਨੂੰ ਮਿਲਦੀਆਂ ਨੇ। ਠੀਕ ਹੈ, ਜਿੱਦਾਂ ਕਿ ਹੁਣ ਅਸੀਂ ਦੇਖਦੇ ਹਾਂ ਕਿ USA ਕੀ ਆ, ਕਾਫੀ ਵੱਡੀ ਕੰਟਰੀ ਆ, ਉੱਥੇ ਕੀ ਨੇ ਸਾਨੂੰ ਜਿਹੜੀਆਂ ਮੇਜਰ 5 ਉਹਨਾਂ ਦੀਆਂ ਝੀਲਾਂ ਨੇ ਦੇਖਣ ਨੂੰ ਮਿਲਦੀਆਂ ਨੇ। ਇੰਡੀਆ ਦੇ ਵਿੱਚ ਵੀ ਜਿਹੜੀਆਂ ਹੈਗੀਆਂ ਇਸ ਤਰ੍ਹਾਂ ਦੀਆਂ ਝੀਲਾਂ ਦੇਖਣ ਨੂੰ ਮਿਲਦੀਆਂ ਨੇ। ਹੁਣ ਇੱਥੇ ਸਾਡੇ ਕੋਲ ਆਪਸ਼ਨ ਨੇ ਵਿਵੇਕਾਨੰਦ, ਸਾਂਬਰ, ਸੈਡਲ, ਚਿਲਕਾ। ਤਾਂ ਇਹਨਾਂ ਦੇ ਵਿੱਚੋਂ ਅਸੀਂ ਦੱਸਣਾ ਕਿ ਕਿਹੜੀ ਝੀਲ ਨਹੀਂ ਹੈ। ਇਸ ਦਾ ਸਹੀ ਆਨਸਰ ਆਪਸ਼ਨ ਸੀ, ਸੈਡਲ। ਸੈਡਲ ਕੀ ਆ, ਇਹ ਇੱਕ ਪੀਕ ਦਾ ਨਾਮ ਹੈ, ਚੋਟੀ ਦਾ ਨਾਮ ਹੈ, ਜਿਹੜੀ ਕਿ ਅੰਡੇਮਾਨ ਐਂਡ ਨਿਕੋਬਾਰ ਆਈਲੈਂਡ ਦੀ ਸਭ ਤੋਂ ਉੱਚੀ ਚੋਟੀ ਹੈ। ਇਸ ਲਈ ਇਹ ਕੀ ਆ, ਝੀਲ ਨਹੀਂ। ਇਸ ਦਾ ਸਹੀ ਆਨਸਰ ਆਪਸ਼ਨ ਸੀ ਹੈ। 23 ਅਰਬ ਸਾਗਰ ਵਿੱਚ ਡਿੱਗਣ ਵਾਲੀਆਂ 2 ਨਦੀਆਂ ਦੇ ਨਾਮ ਦੱਸੋ। ਅਰੇਬੀਅਨ ਸੀ, ਜਿਹੜੀ ਆ ਅਰੇਬੀਅਨ ਸੀ ਦੇ ਵਿੱਚ ਫਾਲ ਹੁੰਦੀਆਂ ਨੇ 2 ਰਿਵਰਸ, ਉਹਨਾਂ ਦੇ ਅਸੀਂ ਨੇਮ ਦੱਸਣੇ ਨੇ। ਇਸ ਤੋਂ ਪਹਿਲਾਂ ਵੀ ਅਸੀਂ ਉਹਨਾਂ ਦੇ ਬਾਰੇ ਗੱਲ ਕਰੀ ਸੀ ਕਿ ਅਰੇਬੀਅਨ ਸੀ ਦੇ ਵਿੱਚ 2 ਇੰਪੋਰਟੈਂਟ ਨਦੀਆਂ ਨੇ ਜਿਹੜੀਆਂ ਉਹ ਵਹਿੰਦੀਆਂ ਨੇ। ਆਪਸ਼ਨ ਸੀ ਸਹੀ ਹੈ, ਨਰਮਦਾ ਅਤੇ ਤਾਪਤੀ। ਨਰਮਦਾ ਅਤੇ ਤਾਪਤੀ ਜਿਹੜੀ ਰਿਵਰਸ ਨੇ ਇਹ ਅਰੇਬੀਅਨ ਸੀ ਦੇ ਵਿੱਚ ਜਾ ਕੇ ਡਿੱਗਦੀਆਂ ਨੇ। ਬਾਕੀ ਚੰਬਲ ਅਤੇ ਬੇਤਵਾ ਹੋ ਗਈ, ਇਹ ਗੰਗਾ ਨਦੀ ਦੇ ਵਿੱਚ ਮਿਲ ਜਾਂਦੀਆਂ ਨੇ। ਗੋਦਾਵਰੀ ਅਤੇ ਕ੍ਰਿਸ਼ਨਾ ਇਹ ਅਰਬ ਸਾਗਰ ਦੇ ਵਿੱਚ ਡਿੱਗਦੀਆਂ ਨੇ। ਕਾਵੇਰੀ ਅਤੇ ਮਹਾਨਦੀ, ਗੋਦਾਵਰੀ ਅਤੇ ਕ੍ਰਿਸ਼ਨਾ ਇਹ ਬੇ ਆਫ ਬੰਗਾਲ ਦੇ ਵਿੱਚ ਡਿੱਗਦੀਆਂ ਨੇ। ਅਰਬ ਸਾਗਰ 'ਚ ਤਾਂ ਨਰਮਦਾ ਅਤੇ ਤਾਪਤੀ ਡਿੱਗਦੀਆਂ ਨੇ। ਕਾਵੇਰੀ ਨਦੀ ਅਤੇ ਮਹਾਨਦੀ ਵੀ ਜਿਹੜੀਆਂ ਹੈਗੀਆਂ ਨੇ ਬੇ ਆਫ ਬੰਗਾਲ ਦੇ ਵਿੱਚ, ਬੰਗਾਲ ਦੀ ਖਾੜੀ ਦੇ ਵਿੱਚ ਡਿੱਗਦੀਆਂ ਨੇ। ਇਸ ਲਈ ਸਹੀ ਆਨਸਰ ਹੈ ਆਪਸ਼ਨ ਸੀ। 24 ਉੜੀਸਾ ਵਿੱਚ ਚਿਲਕਾ ਝੀਲ ਡੈਸ਼ ਪਾਣੀ ਦੀ ਸਭ ਤੋਂ ਵੱਡੀ ਝੀਲ ਹੈ। ਹੁਣ ਅਸੀਂ ਦੇਖਦੇ ਹਾਂ ਕਿ ਉੜੀਸਾ ਦੇ ਵਿੱਚ ਕੀ ਆ, ਜਿਹੜੀ ਫੇਮਸ ਝੀਲ ਆ ਚਿਲਕਾ ਝੀਲ। ਜਿੱਦਾਂ ਅਸੀਂ ਪਹਿਲਾਂ ਝੀਲਾਂ ਦੀ ਵੀ ਗੱਲ ਕਰੀ ਸੀ, ਚਿਲਕਾ ਝੀਲ ਹੁਣ ਕਿੱਥੇ ਆ, ਉੜੀਸਾ ਦੇ ਵਿੱਚ। ਅਸੀਂ ਦੱਸਣਾ ਕਿ ਇਹ ਕਿਹੜੇ ਪਾਣੀ ਦੀ ਝੀਲ ਹੈ, ਤਾਜ਼ੇ ਪਾਣੀ ਦੀ, ਮਿੱਠੇ ਪਾਣੀ ਦੀ, ਖਾਰੇ ਪਾਣੀ ਦੀ ਜਾਂ ਖੱਟੇ ਪਾਣੀ ਦੀ, ਹੈ ਨਾ। ਇਸ ਦਾ ਸਹੀ ਆਨਸਰ ਹੈ ਆਪਸ਼ਨ ਸੀ, ਖਾਰਾ ਪਾਣੀ, ਸਾਲਟ ਲੇਕ। ਚਿਲਕਾ ਝੀਲ ਕੀ ਹੈ, ਇੱਕ ਸਾਲਟ ਲੇਕ ਆ ਜਿਹੜੀ ਉੜੀਸਾ ਦੇ ਵਿੱਚ ਕੀ ਆ ਪਾਈ ਜਾਂਦੀ ਹੈ। 25 ਅਰਾਵਲੀ ਪਰਬਤ ਵਿੱਚ ਸਥਿਤ ਦਰਾ ਗੁਰੂ ਸ਼ਿਖਰ ਅਤੇ ਮਾਊਂਟ ਆਬੂ ਨੂੰ ਵੱਖ ਕਰਦਾ ਹੈ। ਅਰਾਵਲੀ ਪਰਬਤ ਵਿੱਚ ਸਥਿਤ ਦਰਾ ਜਿਹਦਾ ਅਸੀਂ ਨਾਮ ਦੱਸਣਾ ਹੈ, ਜਿਹੜਾ ਕੀ ਆ ਗੁਰੂ ਸ਼ਿਖਰ ਜਿਹੜੀ ਹੈਗੀ ਆ ਅਰਾਵਲੀ ਦੀ ਸਭ ਤੋਂ ਉੱਪਰਲੀ ਚੋਟੀ ਹੈ, ਅਤੇ ਮਾਊਂਟ ਆਬੂ ਇਹ ਵੀ ਇੱਕ ਉੱਥੇ ਪਹਾੜ ਹੈ, ਉਸ ਨੂੰ ਕੀ ਆ ਵੱਖ ਕਰਦਾ ਹੈ। ਦਰਾ ਕੀ ਹੁੰਦਾ, ਇੱਕ ਪਾਸ ਹੁੰਦਾ ਜਿਹੜੇ ਕਿ ਇਹ 2 ਚੀਜ਼ਾਂ ਨੂੰ ਆਪਸ ਦੇ ਵਿੱਚ ਜੋੜਦਾ ਹੈ। ਪਹਾੜਾਂ ਦੇ ਵਿੱਚ ਇਹ ਜਿਹੜੀ ਆਕ੍ਰਿਤੀ ਸਾਨੂੰ ਦੇਖਣ ਨੂੰ ਮਿਲਦੀ ਹੈ। ਤਾਂ ਇੱਥੇ ਦਰਿਆ ਦੇ ਨਾਮ ਨੇ ਜਿਸ ਤਰ੍ਹਾਂ ਹੈ ਜੋਜੀਲਾ ਪਾਸ, ਨਾਥੂਲਾ, ਗੋਰਨ ਘਾਟ, ਸਿਪਕਿਲਾ। ਤਾਂ ਇਹਨਾਂ ਦੇ ਵਿੱਚ ਜਿਹੜਾ ਸਹੀ ਆਨਸਰ ਇੱਥੇ ਬਣਦਾ ਹੈ ਆਪਸ਼ਨ ਸੀ, ਗੋਰਨ ਘਾਟ। ਗੋਰਨ ਘਾਟ ਕੀ ਹੈ, ਜਿਹੜਾ ਅਰਾਵਲੀ ਪਰਬਤਾਂ ਦੇ ਵਿੱਚ
ਸਥਿਤ ਦਰਾ ਹੈ ਜਿਹੜਾ ਗੁਰੂ ਸਿਖਰ ਤੇ ਮਾਊਂਟ ਆਬੂ ਨੂੰ ਵੱਖ ਕਰਦਾ ਹੈ। ਜੋ ਜ਼ਿਲ੍ਹਾ ਜਿਹੜਾ ਹੈ ਇਹ ਵੀ ਹਿਮਾਲਿਆ ਦੇ ਪਰਬਤਾਂ ਦੇ ਵਿੱਚ ਹੈ, ਨਾਥੂਲਾ ਵੀ ਅਤੇ ਸਿਪਕੀਲਾ ਵੀ। ਅਤੇ ਇੱਥੇ ਕੀ ਹੈ ਸਹੀ ਆਨਸਰ ਆਪਸ਼ਨ ਸੀ ਗੋਰਨ ਘਾਟ। 26 ਵੈਰੀ ਇੰਪੋਰਟੈਂਟ, ਐਨੀਰਾਇਡ ਬੈਰੋਮੀਟਰ ਰਾਹੀਂ ਡੈਸ਼ ਦਾ ਪਤਾ ਲਗਾਇਆ ਜਾਂਦਾ ਹੈ। ਡੈਸ਼ ਇਜ਼ ਡਿਟੈਕਟਡ ਬਾਈ ਐਨੋਰਾਇਡ ਬੈਰੋਮੀਟਰ। ਹੁਣ ਇੱਥੇ ਬੈਰੋਮੀਟਰ ਹੈ, ਸਾਨੂੰ ਪਤਾ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਯੰਤਰ ਨੇ ਜੋਗਰਾਫੀ ਦੇ ਵਿੱਚ ਯੂਜ਼ ਕਰੇ ਜਾਂਦੇ ਨੇ ਵਾਤਾਵਰਨ ਦੇ ਰਿਲੇਟਡ। ਤਾਂ ਅਸੀਂ ਦੱਸਣਾ ਹੈ ਕਿ ਐਨੀਰਾਇਡ ਬੈਰੋਮੀਟਰ ਦੇ ਨਾਲ ਕੀ ਮਾਪਿਆ ਜਾਂਦਾ ਹੈ, ਤਾਪਮਾਨ ਜਾਂ ਵਾਯੂ ਦਾਬ, ਨਮੀ ਜਾਂ ਵਰਖਾ। ਇਸ ਦਾ ਸਹੀ ਆਨਸਰ ਆਪਸ਼ਨ ਬੀ ਏਅਰ ਪ੍ਰੈਸ਼ਰ। ਏਅਰ ਪ੍ਰੈਸ਼ਰ ਆ ਜਿਹੜਾ ਇਹ ਬੈਰੋਮੀਟਰ ਦੇ ਨਾਲ ਮਾਪਿਆ ਜਾਂਦਾ ਹੈ, ਭਾਵ ਕਿ ਜਿਹੜਾ ਹਵਾ ਦਾ ਦਬਾਅ ਹੈ ਕਿੰਨਾ ਹੈ। ਇਸ ਤਰ੍ਹਾਂ ਦੇ ਜਿਹੜੇ ਪ੍ਰਸ਼ਨ ਨੇ ਇਹ ਬਹੁਤ ਹੀ ਇੰਪੋਰਟੈਂਟ ਨੇ, ਤੁਸੀਂ ਧਿਆਨ ਦੇ ਨਾਲ ਇਹਨਾਂ ਨੂੰ ਲਰਨ ਕਰਨਾ ਹੈ। ਇਸ ਤੋਂ ਅੱਗੇ 27 ਚੱਜ ਦਬਾਅ ਦਾ ਖੇਤਰ ਕਿਹੜੀਆਂ ਦੋ ਨਦੀਆਂ ਦੇ ਵਿਚਕਾਰਲਾ ਇਲਾਕਾ ਹੈ। ਹੁਣ ਦੇਖੋ ਬੇਟਾ ਇੱਥੇ ਕੀ ਨੇ ਜਿਹੜੇ ਹੁੰਦੇ ਨੇ ਦਬਾਅ ਦਾ ਮੀਨਿੰਗ ਕੀ ਹੁੰਦਾ, ਦੋ ਆਬ, ਭਾਵ ਦੋ ਪਾਣੀ, ਜਿੱਥੇ ਦੋ ਦਰਿਆ ਆਪਸ ਦੇ ਵਿੱਚ ਮਿਲਦੇ ਨੇ ਉਹਨਾਂ ਦਾ ਜਿਹੜਾ ਵਿਚਕਾਰਲਾ ਭੂਗੋਲਿਕ ਹਿੱਸਾ ਹੋਊਗਾ ਉਹਨੂੰ ਅਸੀਂ ਦਬਾਅ ਕਹਿੰਦੇ ਹਾਂ। ਜਿਸ ਤਰ੍ਹਾਂ ਦੇਖੋ ਅਸੀਂ ਕਹਿ ਸਕਦੇ ਹਾਂ ਦੁਆਬਾ, ਹੈ ਨਾ, ਦੁਆਬਾ। ਹੁਣ ਰਿਵਰ ਸਤਲੁਜ ਅਤੇ ਜਿਹੜਾ ਬਿਆਸ ਦੇ ਵਿੱਚ ਜਿਹੜਾ ਹੈਗਾ ਜਲੰਧਰ ਦੁਆਬਾ ਦੇਖਣ ਨੂੰ ਮਿਲਦਾ ਹੈ। ਅਤੇ ਇਹ ਇਸ ਤਰ੍ਹਾਂ ਦੇ ਜਿਹੜੇ ਇਲਾਕੇ ਹੁੰਦੇ ਨੇ ਉਹਨਾਂ ਨੂੰ ਅਸੀਂ ਦੁਆਬ ਕਹਿੰਦੇ ਹਾਂ। ਹੁਣ ਇਹਨਾਂ ਦੇ ਨਾਮ ਦੇ ਉੱਪਰ ਹੀ ਜਿਹੜੇ ਹੈਗੇ ਨੇ ਵੱਖ-ਵੱਖ ਦੁਆਬ ਨੇ ਜਿਹੜੇ ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਵੀ ਸਾਨੂੰ ਦੇਖਣ ਨੂੰ ਮਿਲਦੇ ਨੇ। ਅਸੀਂ ਦੇਖਣਾ ਕਿ ਚੱਜ, ਹੁਣ ਜਿਹੜਾ ਚੱਜ ਦੁਆਬ ਆ ਇਹ ਦੋ ਦਰਿਆਵਾਂ ਦੇ ਵਿੱਚ, ਹੁਣ ਚੱਜ ਜਿਹੜਾ ਹੈ ਅਸੀਂ ਫਸਟ ਅੱਖਰ ਲਵਾਂਗੇ ਚਿਨਾਬ ਪਲੱਸ ਜੇਹਲਮ, ਜੱਜੇ ਅਤੇ ਜੇਹਲਮ, ਅਤੇ ਇਹਨਾਂ ਦੇ ਜਿਹੜੇ ਫਸਟ ਅੱਖਰ ਨੇ ਉਹਨਾਂ ਤੋਂ ਅਸੀਂ ਇਹਨੂੰ ਕੀ ਬਣਾਤਾ, ਚੱਜ ਬਣਾਤਾ। ਹੁਣ ਅਸੀਂ ਇਹਦੇ ਵਿੱਚ ਆਸਾਨੀ ਨਾਲ ਲੱਭ ਸਕਦੇ ਹਾਂ ਕਿ ਚੱਜ ਦੁਆਬ ਦਾ ਖੇਤਰ ਕਿਹੜੀਆਂ ਦੋ ਨਦੀਆਂ ਦੇ ਵਿਚਕਾਰਲਾ ਇਲਾਕਾ ਹੈ। ਹੁਣ ਚੱਜ ਦਾ ਕੀ ਆ, ਫਸਟ ਚੱਚੇ ਦਾ ਮੀਨਿੰਗ ਕੀ ਆ ਚਿਨਾਬ, ਜੱਜੇ ਦਾ ਮੀਨਿੰਗ ਜੇਹਲਮ। ਇਸ ਲਈ ਇਹਦਾ ਸਹੀ ਆਨਸਰ ਹੈ ਆਪਸ਼ਨ ਡੀ ਚਿਨਾਬ ਅਤੇ ਜੇਹਲਮ, ਜਿਹੜਾ ਕੀ ਆ ਇਹ ਦੁਆਬ ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਹੈ। 28 ਭਾਰਤੀ ਇਤਿਹਾਸ ਦੇ ਮਹੱਤਵਪੂਰਨ ਯੁੱਧ ਸਿਕੰਦਰ ਅਤੇ ਪੋਰਸ ਦਾ ਯੁੱਧ ਹੋਇਆ ਸੀ। ਤਰੈਨ ਵਿੱਚ ਪ੍ਰਿਥਵੀ ਰਾਜ ਚੌਹਾਨ ਮੁਹੰਮਦ ਗੌਰੀ ਦੇ ਯੁੱਧ 1191-92 ਦੇ ਵਿੱਚ ਜਿਹੜੀ ਤਰੈਨ ਦੀਆਂ ਲੜਾਈਆਂ ਹੋਈਆਂ ਸੀ। ਪਾਣੀਪਤ ਦੀਆਂ 3 ਲੜਾਈਆਂ ਹੋਈਆਂ ਨੇ, ਇਹ ਡੈਸ਼ ਦੇ ਮੈਦਾਨਾਂ ਵਿੱਚ ਹੋਈ ਆ। ਵੀ ਇਹ ਜਿਹੜੀ ਆ ਹਿਸਟੋਰੀਕਲ ਜਿਹੜੀਆਂ ਬੈਟਲ ਸਾਨੂੰ ਦੇਖਣ ਨੂੰ ਮਿਲਦੀਆਂ ਨੇ ਇਹ ਸਾਰੀਆਂ ਕਿਹੜੇ ਮੰਨ ਲਓ ਸਟੇਟ ਦੇ ਜਿਹੜੇ ਹੈਗੇ ਨੇ ਮੈਦਾਨ ਨੇ, ਪਲੇਨ ਨੇ, ਉਹਨਾਂ ਦੇ ਵਿੱਚ ਹੋਈ ਆ। ਹੁਣ ਅਸੀਂ ਇਹ ਜਾਣਦੇ ਹਾਂ ਕਿ ਪੰਜਾਬ ਕੀ ਆ ਹਿਸਟੋਰੀਕਲ ਤੌਰ 'ਤੇ ਕਾਫੀ ਜ਼ਿਆਦਾ ਫੇਮਸ ਰਿਹਾ, ਇਸ ਲਈ ਇਸ ਦਾ ਸਹੀ ਆਨਸਰ ਹੈ ਆਪਸ਼ਨ ਸੀ ਪੰਜਾਬ। ਇਹ ਜਿਹੜੀਆਂ ਪੁਰਾਣੀਆਂ ਲੜਾਈਆਂ ਨੇ ਉਹਨਾਂ ਦੀ ਜਿਹੜੀ ਭੂਮੀ ਜਿੱਥੇ ਇਹ ਲੜੀਆਂ ਗਈਆਂ ਨੇ ਉਹ ਪੰਜਾਬ ਦੇ ਵਿੱਚ ਹੀ ਦੇਖਣ ਨੂੰ ਮਿਲਦੀ ਹੈ। ਇਸ ਤੋਂ ਅੱਗੇ 29 ਦੇ ਵਿੱਚ ਸਤਲੁਜ ਅਤੇ ਘੱਗਰ ਨਦੀ ਦੇ ਵਿਚਕਾਰਲੇ ਇਲਾਕੇ ਨੂੰ ਡੈਸ਼ ਸਕਦੇ ਹਨ। ਹੁਣ ਦੇਖੋ ਇੱਕ ਰਿਵਰ ਹੈ ਸਾਡੇ ਕੋਲ ਸਤਲੁਜ, ਉਸ ਤੋਂ ਉੱਪਰ ਹੈ ਬਿਆਸ ਅਤੇ ਨੀਚੇ ਕੀ ਹੈ ਇੱਕ ਘੱਗਰ ਨਦੀ ਵਹਿੰਦੀ ਹੈ। ਤਾਂ ਅਸੀਂ ਦੱਸਣਾ ਕਿ ਉਹ ਕਿਹੜਾ ਇਲਾਕਾ ਹੈ। ਇਸ ਦਾ ਸਹੀ ਆਨਸਰ ਹੈ ਆਪਸ਼ਨ ਏ ਮਾਲਵਾ। ਅਸੀਂ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਜੋ ਅਸੀਂ ਪੰਜਾਬ ਦੀ ਵੰਡ ਦੇਖਦੇ ਹਾਂ ਇਸ ਤਰ੍ਹਾਂ ਕੀ ਹੈ ਜੋ ਬਿਆਸ ਅਤੇ ਰਾਵੀ ਰਿਵਰ ਉਸ ਦੇ ਵਿਚਕਾਰਲੇ ਇਲਾਕੇ ਨੂੰ ਅਸੀਂ ਮਾਝਾ ਕਹਿੰਦੇ ਹਾਂ। ਫਿਰ ਬਿਆਸ ਤੋਂ ਬਾਅਦ ਜਿਹੜਾ ਹੈ ਸਾਨੂੰ ਸਤਲੁਜ ਦੇਖਣ ਨੂੰ ਮਿਲਦਾ ਹੈ। ਸਤਲੁਜ ਅਤੇ ਬਿਆਸ ਦੇ ਵਿੱਚ ਅਸੀਂ ਜੋ ਇਲਾਕਾ ਦੇਖਦੇ ਹਾਂ ਉਸਨੂੰ ਅਸੀਂ ਦੁਆਬਾ ਕਹਿੰਦੇ ਹਾਂ। ਉਸ ਤੋਂ ਬਾਅਦ ਸਤਲੁਜ ਤੋਂ ਲੈ ਕੇ ਜੋ ਘੱਗਰ ਤੱਕ ਹੈ ਉਸਨੂੰ ਅਸੀਂ ਮਾਲਵਾ ਕਹਿੰਦੇ ਹਾਂ, ਜਿਸ ਦੇ ਵਿੱਚ ਕੀ ਆ ਪੰਜਾਬ ਦੇ ਕਾਫੀ ਜ਼ਿਲ੍ਹੇ ਨੇ ਜਿਹੜੇ ਸਾਨੂੰ ਦੇਖਣ ਨੂੰ ਮਿਲਦੇ ਨੇ। ਇਸ ਦਾ ਸਹੀ ਆਨਸਰ ਹੈ ਆਪਸ਼ਨ ਏ ਮਾਲਵਾ। 30ਵਾਂ ਪ੍ਰਸ਼ਨ ਹੈ ਤਕਸ਼ਿਲਾ ਵਿਸ਼ਵ ਵਿਦਿਆਲਿਆ ਵਰਤਮਾਨ ਸਮੇਂ ਕਿੱਥੇ ਸਥਿਤ ਹੈ। ਹਿਸਟੋਰੀਕਲ ਤੌਰ 'ਤੇ ਜਿਹੜੀ ਤਕਸ਼ਿਲਾ ਯੂਨੀਵਰਸਿਟੀ ਹੈ ਇਹ ਕਾਫੀ ਜ਼ਿਆਦਾ ਫੇਮਸ ਰਹੀ ਆ। ਬੁੱਧ ਧਰਮ ਦੇ ਨਾਲ ਇਹਦਾ ਕਾਫੀ ਜ਼ਿਆਦਾ ਜਿਹੜਾ ਸੰਬੰਧ ਸਾਨੂੰ ਦੇਖਣ ਨੂੰ ਮਿਲਦਾ। ਤਾਂ ਇਸ ਦਾ ਸਹੀ ਆਨਸਰ ਹੈ ਆਪਸ਼ਨ ਡੀ ਰਾਵਲਪਿੰਡੀ।
ਅੱਜ ਕੱਲ੍ਹ ਜਿਹੜਾ ਪਾਕਿਸਤਾਨ ਦੇ ਵਿੱਚ ਇਹ ਸ਼ਹਿਰ ਹੈ, ਉੱਥੇ ਸਾਨੂੰ ਤਕਸੀਲਾ ਜਿਹੜੀ ਯੂਨੀਵਰਸਿਟੀ ਹੈ ਦੇਖਣ ਨੂੰ ਮਿਲਦੀ ਆ, ਅਤੇ ਰਾਵਲਪਿੰਡੀ ਇਸਦਾ ਸਹੀ ਆਨਸਰ ਹੈ। ਤੋ ਇਸ ਤੋਂ ਅਗਲੇ ਜਿਹੜੇ ਪ੍ਰਸ਼ਨ ਨੇ ਅਸੀਂ ਨੈਕਸਟ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਆਈ ਹੋਪ ਤੁਹਾਨੂੰ ਇਹ ਜਿਹੜੇ ਸਵਾਲ ਨੇ ਪਹਿਲੇ 30 ਤੁਹਾਨੂੰ ਚੰਗੀ ਤਰ੍ਹਾਂ ਸਮਝ ਲੱਗੇ ਹੋਣਗੇ। ਥੈਂਕ ਯੂ।